ਕਾਵਲੋਕ YouTube ਚੈਨਲ ਦੇ ਬੁੱਕ ਰਿਵਿਊ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ। ਇਸ ਸੈਗਮੈਂਟ ਵਿੱਚ ਅਸੀਂ ਤੁਹਾਡੀ ਜਾਣ ਪਛਾਣ ਹਰ ਵਾਰ ਇੱਕ ਨਵੀਂ ਕਾਵਿ ਪੁਸਤਕ ਨਾਲ ਕਰਵਾਉਂਦੇ ਹਾਂ। ਇਸ ਵਾਰ ਜਿਸ ਕਾਵਿ ਪੁਸਤਕ ਨਾਲ ਅਸੀਂ ਤੁਹਾਡੀ ਜਾਣ ਪਛਾਣ ਕਰਵਾ ਰਹੇ ਹਾਂ ਉਹ ਹੈ ਨਵਰੂਪ ਕੌਰ ਦੀ ਲਿਖੀ ਹੋਈ ਕਿਤਾਬ ਦੁਪਹਿਰ ਖਿੜੀ। ਦੁਪਹਿਰ ਖਿੜੀ ਨਵਰੂਪ ਕੌਰ ਦੀ ਕਵਿਤਾ ਦੀ ਪਹਿਲੀ ਕਿਤਾਬ ਹੈ। ਇਸ ਤੋਂ ਪਹਿਲਾਂ ਉਸਨੇ ਇੱਕ ਸਫ਼ਰਨਾਮਾ ਲਿਖ ਕੇ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਜਾਣ ਪਛਾਣ ਕਰਵਾਈ ਸੀ, ਜੋ ਕਿ ਕਾਫੀ ਸਰਾਹਿਆ ਗਿਆ ਉਸ ਦਾ ਕਾਰਜ ਸੀ। ਅਤੇ ਹੁਣ ਇਹ ਕਵਿਤਾ ਲਿਖ ਕੇ ਵੀ ਉਸਨੇ ਇੱਕ ਵਿਲੱਖਣ ਕਾਵਿ ਲੇਖਕਾ ਵਜੋਂ ਆਪਣੇ ਆਪ ਨੂੰ ਸਥਾਪਿਤ ਕਰ ਲਿਆ। ਇਹ ਕਿਤਾਬ ਪੜ੍ਹਦਿਆਂ ਇਹ ਲੱਗਦਾ ਹੈ ਕਿ ਨਵਰੂਪ ਬਹੁਤ ਹੀ ਕੋਮਲ ਭਾਵੀ ਕਵਿਤਾਵਾਂ ਦੀ ਲੇਖਕਾ ਹੈ। ਉਹ ਛਿਣ ਜਿਉਂਦੀ ਜ਼ਿੰਦਗੀ ਨੂੰ ਸ਼ਬਦ ਸ਼ਬਦ ਪਰੋ ਸਕਦੀ ਹੈ। ਉਸ ਦੇ ਅਹਿਸਾਸ, ਉਸ ਦੇ ਵਿਚਾਰ ਅਤੇ ਉਸ ਦੇ ਇਜ਼ਹਾਰ ਵਿੱਚ ਘੱਟ ਤੋਂ ਘੱਟ ਫਾਸਲਾ ਹੁੰਦਾ ਹੈ। ਜਾਣੀ ਜਿਵੇਂ ਉਹ ਸੋਚਦੀ ਹੈ, ਜਿਵੇਂ ਉਹ ਉਸ ਨੂੰ ਭਾਸ਼ਾ ਦੇ ਵਿੱਚ ਵਿਅਕਤ ਕਰਦੀ ਹੈ ਅਤੇ ਜਿਵੇਂ ਕਾਵਿ ਭਾਵਾਂ ਨੂੰ ਉਜਾਗਰ ਕਰਦੀ ਹੈ, ਉਹ ਆਪਣੇ ਆਪ ਵਿੱਚ ਬਹੁਤ ਨੇੜੇ ਦੀਆਂ ਕਿਰਿਆਵਾਂ ਹੁੰਦੀਆਂ। ਉਸ ਕੋਲ ਪ੍ਰਤਿਭਾ ਵੀ ਹੈ, ਭਾਸ਼ਾ ਵੀ ਹੈ, ਸਮਰੱਥਾ ਵੀ ਹੈ ਅਤੇ ਕਵਿਤਾ ਨੂੰ ਕਹਿਣ ਦੀ ਮੁਹਾਰਤ ਵੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹ ਇਸ ਤਰ੍ਹਾਂ ਸੰਜੋ ਲੈਂਦੀ ਹੈ ਅਤੇ ਲੱਗਦਾ ਜਿਵੇਂ ਵਕਤ ਉਹਦੇ ਅੱਗੇ ਠਹਿਰ ਗਿਆ। ਮੈਂ ਇਸ ਸੰਗ੍ਰਹਿ ਦੀ ਪਹਿਲੀ ਕਵਿਤਾ 'ਤੇ ਅਗਰ ਆਪਣੇ ਆਪ ਨੂੰ ਕੇਂਦਰਿਤ ਕਰਾਂ ਅਤੇ ਤੁਹਾਡੇ ਨਾਲ ਉਹ ਕਵਿਤਾ ਸਾਂਝੀ ਕਰਾਂ ਤਾਂ ਇਹ ਗੱਲ ਇੱਕਦਮ ਪ੍ਰਤੱਖ ਹੋ ਜਾਂਦੀ ਹੈ। ਕਵਿਤਾ ਹੈ ਵਕਤ। ਸੁਣਿਆ ਸੀ ਕਿ ਵਕਤ ਕਿਸੇ ਲਈ ਨਹੀਂ ਠਹਿਰਦਾ, ਪਰ ਮੈਂ ਵਕਤ ਨੂੰ ਰੁਕਦੇ ਵੇਖਿਆ ਹੈ ਕਈ ਵਾਰ। ਸੁਣਿਆ ਸੀ ਕਿ ਵਕਤ ਕਿਸੇ ਲਈ ਨਹੀਂ ਠਹਿਰਦਾ, ਪਰ ਮੈਂ ਵਕਤ ਨੂੰ ਰੁਕਦੇ ਵੇਖਿਆ ਹੈ ਕਈ ਵਾਰ। ਵਕਤ ਮੇਰੇ ਐਨ ਸਾਹਮਣੇ ਆ ਖਲੋ ਜਾਂਦਾ ਹੈ, ਮੇਰੀਆਂ ਨੀਲੀਆਂ ਅੱਖਾਂ 'ਚ ਝਾਕਦਾ ਅਤੇ ਕਹਿੰਦਾ ਹੈ, ਤੇਰੇ ਹਾਸੇ ਦੀਆਂ ਟੁਣਕਦੀਆਂ ਟੱਲੀਆਂ ਨੂੰ ਸੁਣਨ ਲਈ ਰੁਕ ਗਿਆ ਸਾਂ। ਇਹ ਵਕਤ ਦਾ ਰੁਕ ਜਾਣਾ ਜਾਂ ਵਕਤ ਦੇ ਰੁਕੇ ਹੋਣ ਦਾ ਅਹਿਸਾਸ ਕਵਿਤਾ ਵਿੱਚ ਜਗਾਉਣਾ ਜਾਂ ਜਾਗਣਾ ਆਪਣੇ ਆਪ ਦੇ ਵਿੱਚ ਕਵਿਤਾ ਦੀ ਬਹੁਤ ਹੀ ਵਿਲੱਖਣ ਪ੍ਰਕਿਰਿਆ ਹੈ, ਜਿਹਦੇ ਨਾਲ ਨਵਰੂਪ ਨੂੰ ਜਿਹਦੀ ਬੇਹੱਦ ਮੁਹਾਰਤ ਹੈ। ਉਸਨੇ ਜਿਵੇਂ ਇਸਤਰੀ ਮਨ ਦੀਆਂ ਭਾਵਨਾਵਾਂ ਨੂੰ ਅਤੇ ਇਸਤਰੀ ਨੂੰ ਸਿਰਫ ਇਸਤਰੀ ਹੋ ਕੇ ਜਾਣਨ ਦੀ ਬਜਾਏ ਇਸਤਰੀ ਨੂੰ ਇੱਕ ਵਿਅਕਤੀ ਵਿੱਚੋਂ ਜਾਣਨ ਅਤੇ ਸਮਝਣ ਦੀ ਜੋ ਸੋਝੀ ਨਵਰੂਪ ਵਿੱਚ ਹੈ ਅਤੇ ਉਹਨਾਂ ਚੀਜ਼ਾਂ ਨੂੰ ਕਵਿਤਾ ਦੇ ਵਿੱਚ ਪਰੋਣ ਦੀ ਜੋ ਸੋਝੀ ਨਵਰੂਪ ਵਿੱਚ ਹੈ, ਉਹ ਪੰਜਾਬੀ ਕਵਿਤਰੀਆਂ ਵਿੱਚ ਬਹੁਤ ਘੱਟ ਵੇਖੀ ਗਈ ਹੈ। ਉਹਨੂੰ ਕਵਿਤਾ ਬਣਾਉਣੀ ਵੀ ਆਉਂਦੀ ਹੈ, ਉਹਨੂੰ ਕਵਿਤਾ ਸੁਣਾਉਣੀ ਵੀ ਆਉਂਦੀ ਹੈ ਅਤੇ ਉਹਨੂੰ ਕਵਿਤਾ ਦੇ ਵਿੱਚ ਇਨ ਬਿਨ ਉਤਰਨਾ ਵੀ ਆਉਂਦਾ ਹੈ। ਇਨ ਬਿਨ ਉਤਰਨ ਤੋਂ ਭਾਵ ਹੈ ਕਿ ਜਿਵੇਂ ਜਿਵੇਂ ਜਿਹੜਾ ਉਹ ਸੋਚਣਾ, ਜਿਵੇਂ ਜਿਵੇਂ ਚੀਜ਼ਾਂ ਵਸਤਾਂ ਨੂੰ ਪਰਿਸਥਿਤੀਆਂ ਨੂੰ ਪਛਾਣਨਾ, ਤਿਵੇਂ ਤਿਵੇਂ ਉਹਨੂੰ ਕਾਵਿ ਭਾਸ਼ਾ ਰਾਹੀਂ ਵਿਅਕਤ ਕਰਨਾ ਹੈ ਅਤੇ ਕਾਵਿ ਭਾਸ਼ਾ ਰਾਹੀਂ ਸਿਰਜ ਦੇਣਾ, ਪਾਠਕ ਦੇ ਸਾਹਮਣੇ ਲੈ ਆਉਣਾ। ਇਸ ਤਰ੍ਹਾਂ ਦੀ ਮੁਹਾਰਤ ਪੰਜਾਬੀ ਕਵੀਆਂ ਦੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਆਮ ਤੌਰ 'ਤੇ ਇਹ ਹੁੰਦਾ ਹੈ ਕਿ ਜਦੋਂ ਕਵੀ, ਖਾਸ ਤੌਰ 'ਤੇ ਨਵੇਂ ਕਵੀ ਕਵਿਤਾਵਾਂ ਲਿਖਦੇ ਆ ਅਤੇ ਉਹਨਾਂ ਦੀਆਂ ਉਹ ਕਵਿਤਾਵਾਂ ਜਿਹੜੀਆਂ ਉਹ ਬਹੁਤ ਜ਼ੋਰ ਲਗਾ ਕੇ ਲਿਖੀਆਂ ਹੋਈਆਂ ਪ੍ਰਤੀਤ ਹੁੰਦੀਆਂ। ਜਿਵੇਂ ਕਾਵਿ ਜਿਹੜਾ ਉਹ ਇੱਕ ਟੁਕੜਿਆਂ ਦੇ ਵਿੱਚ ਕੁਝ ਸਟੇਟਮੈਂਟਸ ਆਉਂਦੀਆਂ ਨੇ ਅਤੇ ਕਵਿਤਾ ਦੇ ਵਿੱਚ ਟਿਕਦੀਆਂ ਜਾਂਦੀਆਂ ਨੇ, ਪਰ ਨਵਰੂਪ ਦੀ ਕਵਿਤਾ ਦੇ ਵਿੱਚ ਦੀ ਗੁਜ਼ਰਦਿਆਂ ਇਸ ਤਰ੍ਹਾਂ ਦਾ ਅਹਿਸਾਸ ਨਹੀਂ ਹੁੰਦਾ। ਲੱਗਦਾ ਕਿ ਉਹ ਜਿਵੇਂ ਤੁਹਾਡੇ ਆਪਣੇ ਅੰਦਰ ਦੀ ਗੱਲ ਹੈ, ਕਿ ਉਹ ਜਿਵੇਂ ਇੱਕ ਚੀਜ਼ ਜਿਹੜੀ ਹੈ ਉਹ ਇੱਕ ਸਮਝਣ ਦੀ ਗੱਲ ਹੈ ਅਤੇ ਸਮਝ ਕੇ ਜਿਹੜਾ ਉਹ ਰੀਸਿਰਜਣ ਦੀ ਗੱਲ ਹੈ। ਇਹ ਗੱਲ ਜਦੋਂ ਕਵਿਤਾ ਦੇ ਵਿੱਚ ਆਉਂਦੀ ਹੈ ਅਤੇ ਕਵਿਤਾ ਆਪਣੇ ਆਪ ਦੇ ਵਿੱਚ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਸ਼ੁੱਧ ਕਾਵਿ ਵਾਲੇ ਪਾਸੇ ਨੂੰ ਚਲੇ ਜਾਂਦੀ ਹੈ, ਜਿਹਦੇ ਵਿੱਚ ਸੁਨੇਹਾ ਜਿਹੜਾ ਉਹ ਇਸ ਤਰ੍ਹਾਂ ਰਚ ਮਿਚ ਜਾਂਦਾ ਹੈ ਕਿ ਜਦੋਂ ਪਾਠਕ ਪੜ੍ਹਦਾ ਅਤੇ ਉਹ ਉਹਦੇ ਵਿੱਚੋਂ ਇੱਕ ਸਹਿਜ ਰੂਪ ਵਿੱਚ ਹੀ ਜਿਹੜੀ ਚੀਜ਼ ਗ੍ਰਹਿਣ ਕਰਦਾ ਜਾਂਦਾ ਹੈ,
ਉਹਦਾ ਅਹਿਸਾਸ ਜਿਹੜਾ ਉਹਦੇ ਅੰਦਰ ਜਾਗਦਾ ਜਾਂਦਾ ਹੈ, ਉਹਦਾ ਬੋਧ ਉਹਦੇ ਅੰਦਰ ਹੁੰਦਾ ਜਾਂਦਾ ਹੈ, ਅਤੇ ਉਹ ਜਦੋਂ ਉਹ ਕਵਿਤਾ ਪੜ੍ਹਦਾ ਹੈ ਅਤੇ ਉਹ ਆਪਣੇ ਆਪ ਨੂੰ ਬਦਲਿਆ ਬਦਲਿਆ ਮਹਿਸੂਸ ਕਰਦਾ ਹੈ। ਇੱਕ ਹੋਰ ਜਿਹੜੀ ਕਵਿਤਾ ਮੈਂ ਸਾਂਝੀ ਕਰਨਾ ਚਾਹੁੰਦਾ, ਉਹ ਕਵਿਤਾ ਹੈ ਜ਼ੋਰਾਵਰ। ਮੌਤ ਨਹੀਂ ਦਿੰਦੇ ਉਹ ਮੈਨੂੰ, ਬਸ ਸਿਸਕਣ ਲਈ ਭੁੱਖ ਦੀ ਜੀਭ 'ਤੇ ਭੀਖ ਦੀ ਬੁਰਕੀ ਰੱਖ ਦਿੰਦੇ ਨੇ। ਮੌਤ ਨਹੀਂ ਦਿੰਦੇ ਉਹ ਮੈਨੂੰ, ਬਸ ਸਿਸਕਣ ਲਈ ਭੁੱਖ ਦੀ ਜੀਭ 'ਤੇ ਭੀਖ ਦੀ ਬੁਰਕੀ ਰੱਖ ਦਿੰਦੇ ਨੇ। ਜਿਉਂਦਾ ਰੱਖਦੇ ਨੇ ਮੈਨੂੰ ਕਿ ਮੈਂ ਬੇਵੱਸ ਅੱਖਾਂ ਨਾਲ ਵੇਖ ਸਕਾਂ ਅਸ਼ਾਵਾਂ ਦੀ ਪੈਲੀ 'ਚ ਬੇਗਾਨੀਆਂ ਲਾਲਸਾਂ ਦੇ ਹਲ ਚੱਲਦੇ। ਔਰ ਕਿਸੇ ਔਰਤ ਦੀ ਸਥਿਤੀ ਦਾ ਔਰ ਸਮਾਜ ਵੱਲੋਂ, ਇੱਕ ਜ਼ੋਰਾਵਰ ਸਮਾਜ ਵੱਲੋਂ ਔਰਤ ਉੱਤੇ ਹੁੰਦੇ ਜ਼ੁਲਮਾਂ ਦਾ, ਅਤੇ ਉਸ ਔਰਤ ਉੱਤੇ ਹੁੰਦੇ ਜ਼ੁਲਮਾਂ ਨੂੰ ਯੂਨੀਵਰਸਲ ਤੌਰ 'ਤੇ ਜਾਂ ਸਰਵ ਵਿਆਪਕ ਤੌਰ 'ਤੇ ਵਿਅਕਤੀ ਉੱਤੇ ਹੁੰਦੇ ਜ਼ੁਲਮਾਂ ਦੇ ਨਾਲ ਇੱਕ ਕਰ ਲੈਣਾ, ਇਹ ਆਪਣੇ ਆਪ ਦੇ ਵਿੱਚ ਇਹ ਬਹੁਤ ਹੀ ਕਮਾਲ ਦੀ ਜਿਹੜੀ ਹੈ ਉਹ ਕਵਿਤਾ ਆ, ਜਿਹਨੂੰ ਨਵਰੂਪ ਨੇ ਜਿਹੜਾ ਹੈ ਉਹ ਸਿਰਜਿਆ। ਇਵੇਂ ਦੀਆਂ ਉਹਦੀਆਂ ਜਦੋਂ ਸਾਰੀਆਂ ਕਵਿਤਾਵਾਂ ਦੇ ਵਿੱਚ ਦੀ ਅਸੀਂ ਗੁਜ਼ਰਦੇ ਹਾਂ, ਅਤੇ ਇਸ ਸੰਗ੍ਰਹਿ ਦੇ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਆ ਜਿਨ੍ਹਾਂ ਨੂੰ ਅਸੀਂ ਗਿਣ ਸਕਦੇ ਹਾਂ ਕਿ ਜਿਹੜੀਆਂ ਇਸ ਤਰ੍ਹਾਂ ਦੀ ਚਰਮ ਨੂੰ ਪਹੁੰਚਦੀਆਂ। ਉਹਦੇ ਵਿੱਚ ਮੈਂ ਮੂਰਤ ਨਹੀਂ ਹਾਂ, ਤੂੰ ਤੇ ਮੈਂ, ਕਾਲੇ ਡੋਰੀਏ ਵਾਲੀਆਂ ਕੁੜੀਆਂ, ਮੈਂ ਕਵਿਤਾ ਨਹੀਂ ਲਿਖਦੀ, ਤੇਰਾ ਚਿਹਰਾ ਪੜ੍ਹਦਿਆਂ, ਅਤੇ ਇੱਕ ਬਹੁਤ ਹੀ ਜ਼ਬਰਦਸਤ ਉਸ ਦੀ ਕਵਿਤਾ ਆ, ਤੂੰ ਦਸਤਾਨੇ ਉਤਾਰ। ਮਤਲਬ ਮਾਨਵੀ ਰਿਸ਼ਤਿਆਂ ਨੂੰ ਜਿਹੜਾ ਹੈ ਤੂੰ ਦਸਤਾਨੇ ਉਤਾਰ ਦੀ ਜਿਹੜੀ ਉਹ ਇੱਕ ਜਿਹਨੂੰ ਆਪਾਂ ਕਹਿੰਦੇ ਕਿ ਕਿਰਿਆ ਦੇ ਨਾਲ ਜੋੜ ਕੇ ਜਿਹੜਾ ਹੈ ਕਿ ਮਾਨਵੀ ਰਿਸ਼ਤਿਆਂ ਨੂੰ ਔਰ ਮਾਨਵੀ ਸਪਰਸ਼ ਨੂੰ ਜਿਹੜਾ ਹੈ ਉਹ ਅਸਲੀਅਤ ਦੇ ਵਿੱਚ ਮਹਿਸੂਸ ਕਰਨ ਦਾ ਅਹਿਸਾਸ ਜਗਾਉਂਦੀ ਕਵਿਤਾ ਬਹੁਤ ਹੀ ਮਾਰਮਿਕ ਕਵਿਤਾ ਆ। ਇਹਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਅਤੇ ਗੱਲ ਇਹ ਜੇ ਅਸੀਂ ਇਹਨੂੰ ਜਿਹੜਾ ਉਹ ਸਮ ਅਪ ਕਰਨਾ ਹੋਵੇ ਤਾਂ ਮੈਂ ਇਹ ਸਮਝਦਾ ਕਿ ਜਿਹੜਾ ਮਾਨਵੀ ਰਿਸ਼ਤਿਆਂ ਦੀਆਂ ਗਹਿਰੀਆਂ ਪਰਤਾਂ ਨੂੰ ਫਰੋਲਣਾ ਅਤੇ ਉਹਨਾਂ ਨੂੰ ਕਾਵਿ ਭਾਸ਼ਾ ਵਿੱਚ ਉਜਾਗਰ ਕਰਕੇ ਮਾਨਵੀ ਰਿਸ਼ਤਿਆਂ ਦੇ ਭਾਵਾਂ ਨੂੰ ਜਗਾਉਣਾ ਨਵਰੂਪ ਨੂੰ ਬਹੁਤ ਅੱਛੀ ਤਰ੍ਹਾਂ ਆਉਂਦਾ ਹੈ। ਅਤੇ ਜਿਹੜੀ ਕਵਿਤਾ ਦਾ ਖਾਸ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹੁੰਦਾ, ਜਿਸ ਨੂੰ ਉਹਨੇ ਆਪਣੀ ਇਸ ਕਿਤਾਬ ਦੇ ਆਖਰੀ ਪੰਨੇ ਉੱਤੇ ਉਹਦਾ ਕੁਝ ਹਿੱਸਾ ਜਿਹੜਾ ਉਹ ਅੰਕਿਤ ਵੀ ਕੀਤਾ ਹੈ, ਉਹ ਕਵਿਤਾ ਹੈ ਤੂੰ ਤੇ ਮੈਂ। ਤੂੰ ਤੇ ਮੈਂ ਕਵਿਤਾ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜੀ ਉਹ ਆਪਸ ਵਿੱਚ ਹੀ ਦੇ ਰਿਸ਼ਤਿਆਂ ਨੂੰ, ਜਿਹੜੇ ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਔਰ ਔਰਤ ਦੇ ਮਰਦ ਨਾਲ ਰਿਸ਼ਤੇ, ਉਹਨੂੰ ਜਿਹੜਾ ਇਸ ਤਰ੍ਹਾਂ ਉਜਾਗਰ ਕਰਨਾ ਔਰ ਬਹੁਤ ਹੀ ਮਾਰਮਿਕ ਤਰੀਕੇ ਦੇ ਨਾਲ ਜਿਹੜਾ ਉਹ ਉਹਨਾਂ ਦੀ ਰੀਕ੍ਰੀਏਸ਼ਨ ਕਰਨਾ, ਉਹਨਾਂ ਨੂੰ ਸਿਰਜਣਾ। ਉਹ ਲਿਖਦੀ ਹੈ ਕਿ ਤੂੰ ਕੋਸੇ ਸਾਹਾਂ 'ਚੋਂ ਕਿਰਿਆ ਅੰਮ੍ਰਿਤ ਵੇਲੇ ਦਾ ਸ਼ਲੋਕ ਬਣ। ਤੂੰ ਕੋਸੇ ਸਾਹਾਂ 'ਚੋਂ ਕਿਰਿਆ ਅੰਮ੍ਰਿਤ ਵੇਲੇ ਦਾ ਸ਼ਲੋਕ ਬਣ, ਮੈਂ ਤੇਰੇ ਸ਼ਬਦਾਂ ਨੂੰ ਸਾਂਭਦੀ ਲਿਫ ਲਿਫ ਕਰਦੀ ਸਤਰ ਬਣਾਂਗੀ। ਮੈਂ ਤੇਰੇ ਸ਼ਬਦਾਂ ਨੂੰ ਸਾਂਭਦੀ ਲਿਫ ਲਿਫ ਕਰਦੀ ਸਤਰ ਬਣਾਂਗੀ। ਇਹ ਜਿਹੜਾ ਉਹ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਦਾ ਅਹਿਸਾਸ ਜਗਾਉਣਾ ਔਰ ਆਪਣੇ ਸੰਬੰਧਾਂ ਨੂੰ, ਮਾਨਵੀ ਰਿਸ਼ਤਿਆਂ ਨੂੰ ਇੰਨੀ ਗਹਿਰਾਈ ਤੱਕ ਸਮਝਣਾ ਅਤੇ ਚਿਤਰਨਾ, ਇਹ ਨਵਰੂਪ ਕੌਰ ਦੇ ਹਿੱਸੇ ਆਇਆ। ਮੈਂ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਨਵਰੂਪ ਦੀ ਇਹ ਕਿਤਾਬ ਦੁਪਹਿਰ ਖਿੜੀ ਜ਼ਰੂਰ ਪੜ੍ਹਿਓ। ਅਗਲੀ ਵਾਰ ਇੱਕ ਨਵੀਂ ਕਿਤਾਬ ਨਾਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।